ਪੇਸ਼ ਹੈ ਜੀ ਕਹਾਣੀ ਧਵਾਂਖੀ ਕਿਰਨ, ਜੋ ਕਿ ਪਵਿੱਤਰ ਮਾਟੀ ਦੁਆਰਾ ਲਿਖੀ ਗਈ ਹੈ। ਸੁਰਲ ਸੁਰਲ ਕਰਦੇ ਚਿੱਟੇ ਸੁੰਡ ਵੇਸਣ ਵਾਲੇ ਪੀਪੇ 'ਚ ਫਿਰਦੇ, ਦਾਲਾਂ 'ਚ ਫਿਰਦਾ ਕਾਲਾ ਸੁਰ ਸੁਰ ਢੋਰਾ। ਸਭ ਡੱਬਿਆਂ ਦੇ ਮੂੰਹ ਖੁੱਲ੍ਹਦੇ ਗਏ ਅਤੇ ਮੇਰੇ ਦਿਲ ਦਿਮਾਗ ਦੀਆਂ ਨਾੜਾਂ 'ਚ ਵੜਨ ਲੱਗੇ। ਕਾਲਾ ਢੋਰਾ ਉੱਡ ਉੱਡ ਕੇ ਮੇਰੀਆਂ ਨਾਸਾਂ ਕੰਨਾਂ 'ਚ ਆ ਵੜਿਆ, ਖੁਰਦਰੂ ਪਾਉਣ ਲੱਗਾ, ਮੇਰੇ ਸਾਰੇ ਜਿਸਮ 'ਤੇ ਰੀਂਗਣ ਲੱਗਾ। ਮੈਂ ਭਮੱਤਰੀ ਹਰਫਲੀ ਗਾਲਾਂ ਦੀ ਛੂਟ ਵਰਾਉਣ ਲੱਗਦੀ ਹਾਂ। ਹਾਏ ਨੀ ਲੁੱਚੀਏ, ਹਾਏ ਨੀ ਕੁੱਤੀਏ, ਨੀ ਭੋਲੀ ਤੇਰਾ ਕੱਖ ਨਾ ਰਹੇ। ਆਹੀ ਚਿੱਟੇ ਸੁੰਡ ਪੈਣ ਤੇਰੇ, ਕੋਈ ਕੱਢਣ ਵਾਲਾ ਨਾ ਥਿਆਵੇ। ਨੀ ਵੈਲਣੇ ਤੂੰ ਮੇਰੀ ਸਾਰੀ ਹੱਟੀ ਦੀਆਂ ਚੂੰਗਾਂ ਪੱਟ ਲਈਆਂ। ਚੁੱਚੀਆਂ ਜਿਹੀਆਂ ਅੱਖਾਂ 'ਚ ਸੁਰਮਾ ਪਾ ਕਿਵੇਂ ਊਠ ਵਰਗੇ ਲਮਕਦੇ ਬੁੱਲ੍ਹਾਂ 'ਤੇ ਸੁਰਖੀ ਲਾ ਕੇ ਬਹਿ ਜਾਂਦੀ ਆ ਟੇਢੀ ਚੀਰਮੀ ਕੱਢ ਕੇ ਲੋਕਾਂ ਦੇ ਬੰਦੇ ਪੱਟਣ ਨੂੰ। ਕਿਵੇਂ ਗੰਦੀ ਜਨਾਨੀ ਨੂੰ ਪੁੱਠੀ ਭਮਾਲੀ ਆਈ ਆ। ਖਬਰੇ ਜਾ ਵੱਡੇ ਲੋਕਾਂ ਨੂੰ ਉਸ ਭੋਲੀ ਵਿੱਚ ਕੀ ਦਿਖਦਾ। ਰੇਟ ਵੀ ਮੇਰੇ ਨਾਲੋਂ ਵੱਧ ਲਾਉਂਦੀ ਆ, ਫਿਰ ਵੀ ਅੰਨੇ ਹੋਏ ਮੇਰੀ ਹੱਟੀ ਮੂਹਰਿਓਂ ਲੰਘ ਉਹਦੇ ਜਾ ਮਰਨਗੇ। ਕਿਵੇਂ ਸਾਡੇ ਪਿੰਡ ਨੂੰ ਚਾਟ 'ਤੇ ਲਾਈ ਫਿਰਦੀ ਆ। ਮੈਂ ਆਪਦੇ ਸਿਰ 'ਚ ਮਾਰ ਮਾਰ ਦੁਹੱਥੜਾਂ ਸਿਰ ਭੰਨੀ ਜਾਂਦੀ ਆ। ਨਿਆਣੇ ਸਹਿਮ ਕੇ ਬੀਜੀ ਨੂੰ ਚਿੰਬੜੇ ਬੈਠੇ ਆ। ਬੀਜੀ ਨੂੰ ਰੋਣ ਤੋਂ ਸਿਵਾਏ ਆਉਂਦਾ ਹੀ ਕੁਝ ਨਹੀਂ। ਉਹ ਮਰੇ ਪੁੱਤ ਦੇ ਕੀਰਨੇ ਫਿਰ ਪਾਉਣ ਬੈਠ ਗਈ ਆ। ਵੇ ਮੇਰਿਆ ਸੋਨੇ ਰੰਗਿਆ ਪੁੱਤਾ, ਕਿਹੜੇ ਦੇਸ਼ ਤੁਰ ਗਿਆ ਵੇ। ਆ ਕੇ ਤਾਂ ਵੇਖ ਤੇਰੇ ਨਿੱਕੇ ਨਿੱਕੇ ਬਲੂੰਗੜੇ ਕਿਵੇਂ ਭੁੱਖੇ ਮਰਦੇ ਆ। ਕੀ ਹਾਲ ਹੋ ਗਿਆ ਤੇਰੀ ਟੱਬਰੀ ਦਾ। ਹਾਏ ਵੇ ਡਾਢਿਆ ਰੱਬਾ, ਮੇਰੇ ਜਿਉਣ ਖੁਣੋਂ ਕੀ ਥੁੜਿਆ ਸੀ। ਮੈਨੂੰ ਪਾਪਨ ਨੂੰ ਚੁੱਕ ਲੈਂਦਾ। ਮੇਰਾ ਕੜੀ ਵਰਗਾ ਜਵਾਨ ਸੀਰਾ ਗੱਭਰੂ ਪੁੱਤ ਲਿਜਾ ਕੇ ਕੀ ਤੇਰੇ ਕਾਲਜੇ ਠੰਡ ਪੈ ਗਈ। ਹਾਏ ਵੇ ਮੇਰਿਆ ਹੀਰਿਆ, ਬੀਜੀ 6 ਮਹੀਨੇ ਹੋ ਗਏ ਪਿੱਟਦਿਆਂ ਨੂੰ, ਰੱਬ ਨੇ ਸੁਣੀ ਆ ਤੇਰੀ। ਮਖਾ ਆਹ ਕੀ ਖਲਾਰਾ ਪਾਈ ਬੈਠੀ ਸੁਖੀਏ। ਲੱਗਦਾ ਹੱਟੀ ਦੇ ਸੌਦੇ ਪੱਤੇ ਨੂੰ ਧੁੱਪ ਲਵਾਉਣ ਡਹੀ ਐ। ਆਹੋ, ਧੁੱਪ ਲਵਾ ਕੇ ਫਿਰ ਸਾਂਭ ਦਿਆ ਕਰ, ਗਾਹਕ ਕੋਈ ਆਉਣੋਂ ਰਿਹਾ। ਹੀ ਹੀ ਹੀ। ਆਹ ਤੇਰਾ ਮੁਸਕਿਆ ਕੀੜੇ ਪਏ ਆਲਾ ਸੌਦਾ ਲੈ ਕੇ ਬਿਮਾਰ ਹੋਣਾ ਕਿਸੇ ਨੇ। ਜਿਹੋ ਜੀ ਆਪ ਉਹੋ ਜਿਹਾ ਕੰਮ। ਮੇਰੇ ਮੂਹਰੇ ਖੜ ਸੱਗੜ ਬਾਣੀਆਂ ਮੈਨੂੰ ਠਿੱਠ ਕਰਨ ਦੇ ਲਹਿਜੇ 'ਚ ਖਚਰੀ ਹਾਸੀ ਹੱਸਦਾ ਮੈਨੂੰ ਅਵਾ ਤਵਾ ਬੋਲੀ ਜਾ ਰਿਹਾ ਸੀ। ਤੇਰੇ 4 ਛਿੱਲੜ ਕੀ ਦੇਣੇ ਆ, ਤੂੰ ਤਾਂ ਮੈਨੂੰ ਮੁੱਲ ਲੈਣ ਨੂੰ ਫਿਰਦਾ। ਢਿੱਡਲਾ ਆਪਦੀ ਬੂਥੀ ਕਦੇ ਦੇਖੀ ਆ ਸਮਾਰ ਕੇ। ਨਾਲੇ ਤੇਰੀ ਰੰਨ ਵੱਡੀ ਹੂਰਾਂ ਭਰੀ ਹੋਣੀ ਆ ਜਾਂਦਾ ਮੂੰਹ ਚੱਕ ਕੇ। ਸੱਗੜ ਦੀ ਸੁਰ ਹੁਣ ਉੱਚੀ ਤੇ ਖਰਵੀ ਹੋ ਗਈ। ਤੇਰੀ ਤੇ ਉਹ ਗੱਲ, ਨਾਲੇ ਚੋਰ ਨਾਲੇ ਚਤਰਾਈਆਂ। ਬਾਹਲੀਆਂ ਗੱਲਾਂ ਨਹੀਂ ਮੈਂ ਸੁਣਨ ਆਇਆ ਤੇਰੀਆਂ। ਮੈਨੂੰ ਮੇਰੇ ਪੈਸੇ ਚਾਹੀਦੇ ਆ। ਬਹੁਤ ਤੇਰੀ ਵਿੱਚ ਵਿੱਚ ਸੁਣ ਲਈ, ਬਥੇਰਾ ਜੇਰਾ ਕਰ ਲਿਆ ਮੈਂ, ਕੋਈ ਹਰਾਮ ਦੀ ਕਮਾਈ ਨਹੀਂ ਮੇਰੀ। ਮੈਂ ਸਤੀ ਸਤਾਈ ਬਿਜਲੀ ਦੇ ਝਟਕੇ ਵਾਂਗ ਉੱਠ ਖੜੋਈ। ਕੋਲ ਪਏ ਜੰਗਾਲੇ ਜਿਹੇ ਦਾਲ ਆਲੇ ਪੀਪੇ ਨੂੰ ਠੁੱਡਾ ਮਾਰਿਆ। ਦਾਲ ਸਾਰੀ ਖਿੱਲਰ ਕੇ ਦਾਣਾ ਦਾਣਾ ਹੋ ਗਿਆ। ਵੇ ਜੇ ਉਹ ਮਰ ਗਿਆ ਤਾਂ ਮੈਂ ਤਾਂ ਨਹੀਂ ਮਰ ਗਈ ਨਾ, ਪਿੰਡ ਛੱਡ ਕੇ ਕਿਤੇ ਭੱਜਣ ਲੱਗੀ ਆ। ਅਜੇ ਤਾਂ ਸ਼ਾਮ ਦੀ ਖਾਧੀ ਤੇ ਸਵੇਰ ਦੀ ਦਾ ਫਿਕਰ ਆ ਢਿੱਡ ਨੂੰ। ਤੇਰੇ ਵੀ ਦੇ ਦੂੰਗੀ ਜਦੋਂ ਹੋਏ। ਤੂੰ ਕਾਹਲਾ ਕਰ ਲਾ ਜੋ ਕਰਨਾ ਮੇਰਾ। ਸੱਗੜ ਬਾਣੀਆਂ ਕਦੋਂ ਦਾ ਮੋਟਰਸਾਈਕਲ ਸਟਾਰਟ ਕਰਕੇ ਫੁਰਰ ਹੋ ਗਿਆ। ਮੈਂ ਅਜੇ ਵੀ ਖਿਲਰੇ ਪਏ ਮੂੰਗੀ ਦੇ ਦਾਣਿਆਂ ਵੱਲ ਬਿਟਰ ਬਿਟਰ ਵੇਖੀ ਜਾਂਦੀ ਆ। ਕਿਸੇ ਖਲਾਅ ਵਿੱਚ ਲਟਕ ਰਹੀ ਹਾਂ। ਮੇਰਾ ਸਿਰ ਥੱਲੇ, ਲੱਤਾਂ ਉੱਪਰ ਨੇ। ਭੁੱਖੇ ਭਾਣੇ ਬੱਚੇ ਚੀਕ ਰਹੇ ਨੇ। ਕੰਨ ਕੀ ਸੁਣਦੇ। ਮੈਂ ਵੀ ਭੁੱਖ ਨਾਲ ਮੁਰਝਾਈ ਪਈ ਹਾਂ। ਮੇਰੇ ਸਰੀਰ 'ਚ ਵੀ ਜਾਨ ਖਤਮ ਹੋ ਰਹੀ ਹੈ। ਮੈਂ ਬੱਚਿਆਂ ਨੂੰ ਗੋਦ 'ਚ ਬਿਠਾਉਣਾ ਚਾਹੁੰਦੀ ਹਾਂ, ਚੀਕਦੀ ਹਾਂ, ਤੁਸੀਂ ਨਾ ਭੁੱਖੇ ਮਰ ਜਾਇਓ ਮੇਰੇ ਜਿਗਰ ਦੇ ਟੋਟੇ। ਤੁਸੀਂ ਮੈਨੂੰ ਖਾ ਲਓ, ਕਰ ਲਓ ਮੇਰੀਆਂ ਬੁਰਕੀਆਂ। ਤੁਹਾਡੀ ਜਾਨ ਕੀਮਤੀ ਆ ਮੇਰੇ ਲਾਲ। ਮੇਰੇ ਬੱਚੇ ਨਹੀਂ ਦੇਖ ਸਕਦੀ ਤੁਹਾਡੀ ਇਹ ਹਾਲਤ ਮੈਂ। ਮੇਰੇ ਬੱਚਿਆਂ ਨੂੰ ਪਰਾਂ ਧੱਕਾ ਮਾਰ ਮੇਰੇ ਜਿਸਮ ਨੂੰ ਕੋਈ ਹੋਰ ਖਿੱਚ ਕੇ ਲੈ ਜਾਂਦਾ ਹੈ ਤੇ ਆਖਦਾ, ਇਸ ਨੂੰ ਇਸ ਤਰ੍ਹਾਂ ਨਹੀਂ ਖਾਣਾ। ਨਾ ਨਾ, ਇਹ ਤਾਂ ਸਾਡਾ ਸ਼ਿਕਾਰ ਹੈ, ਛੱਡੋ ਇਹਨੂੰ। ਮੈਂ ਤੁਹਾਨੂੰ ਦਿੰਨਾ ਪੇਟ ਭਰ ਰੋਟੀਆਂ। ਬੱਚਿਆਂ ਅੱਗੇ ਤਰ੍ਹਾਂ ਤਰ੍ਹਾਂ ਦੇ ਖਾਣੇ ਆਉਣ ਲੱਗਦੇ। ਬੱਚੇ ਹਾਵੜਿਆਂ ਵਾਂਗੂ ਰੋਟੀਆਂ 'ਤੇ ਟੁੱਟ ਪੈਂਦੇ ਆ ਤੇ ਉਹ ਦਾਤਾ ਮੇਰੇ 'ਤੇ। ਹੁਣ ਮੈਂ ਸਭ ਖਿਲਰਿਆ ਵਿਹੜਾ ਛੱਡ ਲੱਤਾਂ ਘੜੀਸਦੀ ਬੀਜੀ ਦੀ ਮੰਜੀ ਦੀ ਪੈਂਦ ਜਾ ਟੇਢੀ ਹੁੰਨੀ ਆ, ਜਿੱਥੇ ਨਿਆਣੇ ਵੀ ਦਾਦੀ ਨਾਲ ਸਹਿਮ ਕੇ ਚਿਪਕੇ ਪਏ ਹਨ, ਸਾਰੇ ਦੇ ਸਾਰੇ ਜਿਵੇਂ ਮਲਬੇ ਦਾ ਢੇਰ ਹੋਣ। ਅੱਜ ਮੇਰਾ ਮੂੰਹ ਗੁਰਦੁਆਰੇ ਕੰਨੀ ਕਿਵੇਂ ਹੋ ਗਿਆ। ਕਿਉਂ ਮੈਂ ਮੂੰਹ ਸਿਰ ਸਵਾਰਦੀ ਸਿੱਧੂਆਂ ਦੇ ਘਰਾਂ ਕੋਲ ਦੀ ਹੁੰਦੀ ਧੁੱਸ ਦਿੱਤੀ ਜਾ ਗੁਰਦੁਆਰੇ ਦੀ ਥੜੀ 'ਤੇ। ਨੱਕ ਰਗੜ ਅੱਗੇ ਸੰਗਤ ਨੂੰ ਚੀਰਦੀ ਮੂਹਰੇ ਜਾ ਬੈਠੀ। ਬਾਬਾ ਬਲਦੇਵ ਰਹਿਰਾਸ ਦਾ ਪਾਠ ਕਰ ਰਿਹਾ। ਸ਼ਾਮ ਦਾ ਘੁਸਮੁਸਾ ਹੋਣ ਕਰਕੇ
ਇੱਕਾ ਦੁੱਕਾ ਛੱਡ ਸਾਰੀ ਸੰਗਤ ਹੌਲੀ ਹੌਲੀ ਪਿਛਲੇ ਪੈਰੀ ਮੁੜਦੀ ਗਈ। ਰਹਿਰਾਸ ਸਮਾਪਤ ਹੋਈ ਤਾਂ ਅਰਦਾਸ ਕਰਕੇ ਬਾਬਾ ਬਲਦੇਵ ਸਾਰਿਆਂ ਨੂੰ ਦੇਗ ਵਰਤਾਉਣ ਲੱਗਾ। ਸਾਰੀ ਸੰਗਤ ਜਾ ਚੁੱਕੀ। ਮੈਂ ਅਜੇ ਵੀ ਨੀਵੀਂ ਪਾਈ ਹੱਥ 'ਚ ਫੜੀ ਦੇਗ ਨੂੰ ਨੀਝ ਲਾਈ ਦੇਖ ਰਹੀ। ਸ਼ੁਕਰ ਆ ਭਾਈ ਤੇਰਾ ਗੁਰੂ ਘਰ ਨੂੰ ਮੂੰਹ ਹੋਇਆ। ਵਾਹਿਗੁਰੂ ਭਲੀ ਕਰੂ ਮਿਹਰ ਕਰੂ ਉਹ ਸਭ ਜਾਣੀ ਜਾਣਿਆ। ਉਹਦੇ ਤੇ ਡੋਰਾਂ ਛੱਡਦੇ ਸਾਰੀਆਂ। ਇੱਕ ਕੌਲੇ 'ਚ ਦੇਗ ਪਾ ਬਾਬਾ ਮੇਰੇ ਵੱਲ ਹੱਥ ਵਧਾਉਂਦਾ ਕੁਝ ਕਹਿ ਰਿਹਾ। ਸ਼ਾਇਦ ਉਹੀ ਤਾਂ ਨਹੀਂ ਜੋ ਸਾਲ ਪਹਿਲਾਂ ਵੀ ਕਹਿੰਦਾ ਰਿਹਾ। ਸ਼ੀਰੇ ਜਿਉਂਦੇ ਤੋਂ ਵੀ ਆਖਦਾ ਰਿਹਾ। ਸ਼ੀਰਾ ਬਹੁਤੀ ਹੀ ਦਾਰੂ ਪੀਣ ਲੱਗ ਗਿਆ ਸੀ, ਨਾਲ ਅਫੀਮ ਪੋਸਤ ਵੀ। ਸਾਰੀ ਕਮਾਈ ਇਸੇ ਮੂੰਹ ਹੀ ਵਗਾ ਦਿੰਦਾ। ਜੇ ਕਿਤੇ ਠੇਕੇ ਤੋਂ ਇਕੱਠੇ ਮਿਲਦੇ ਵੀ ਤਾਂ ਭੋਲੀ ਕੋਲੇ ਜੇਬ ਖਾਲੀ ਕਰ ਆਉਂਦਾ। ਮੈਂ ਉਸ ਦੀ ਸਮੱਤ ਲਈ ਗੁਰਦੁਆਰਿਆਂ ਦੀਆਂ ਦੇਹਲੀਆਂ ਤੇ ਮੱਥੇ ਰਗੜ ਰਗੜ ਕੇ ਨੱਕ ਛਿੱਲ ਲੈਂਦੀ। ਪੱਕੀਆਂ ਤੇ ਅਮਿੱਟ ਲਕੀਰਾਂ ਕਦੋਂ ਮਿਟਦੀਆਂ। ਬਾਬਾ ਬਲਦੇਵ ਕਦੇ ਪਾਣੀ ਕਰ ਦਿੰਦਾ, ਕਦੇ ਰਾਖ ਦੀ ਪੁੜੀ ਫੜਾਉਂਦਾ। ਆ ਫੜ ਸੁੱਖੀ, ਉਹਦੇ ਸਿਰਹਾਣੇ ਰੱਖੀ, ਇਹਨੂੰ ਪੀਣ ਨੂੰ ਦਈ, ਨਾਲੇ ਥੋੜ੍ਹਾ ਜਿਹਾ ਸਾਜਰੇ ਉੱਠ ਕੇ ਆਇਆ ਕਰ। ਮੈਂ ਘਰ ਦੀ ਬੰਦੇ ਦੀ ਸੁੱਖ ਖਾਤਰ 3 ਵਜੇ ਉੱਠ ਕੇ ਤੁਰ ਪੈਂਦੀ। ਬਾਬਾ ਮੇਰੀ ਉਡੀਕ 'ਚ ਜਿਵੇਂ ਬਾਵਰਾ ਜਿਹਾ ਹੋਇਆ ਬੈਠਾ ਹੁੰਦਾ। ਮੇਰੇ ਨਾਲ ਲੱਗ ਸਾਰੀ ਸੇਵਾ ਦੱਸ ਕੇ ਕਰਾਉਂਦਾ। ਸੁੱਖੀ ਕਿੰਨੀ ਸਿਆਣੀ ਤੇ ਸੁਨੱਖੀ ਐ ਤੂੰ। ਰੱਬ ਨੇ ਕਿੱਥੇ ਤੇਰੇ ਸੰਜੋਗ ਲਿਖਤੇ। ਤੂੰ ਕੀ ਤੇ ਸ਼ੀਰਾ ਕੀ ਮੇਚ ਆ। ਨਾ ਅਕਲੋਂ ਨਾ ਸ਼ਕਲੋਂ। ਪਤਾ ਨਹੀਂ ਰੱਬ ਵੀ ਇਹ ਕਿਹੋ ਜਿਹੇ ਨਰੜ ਕਰ ਦਿੰਦਾ। ਉਸਨੂੰ ਬਾਹਲਾ ਹੀ ਖਿਲਰਦਾ ਵੇਖ ਮੈਂ ਸੁੰਗੜਨ ਲੱਗਦੀ। ਉਸਦੀਆਂ ਗੱਲਾਂ ਬੇਗੌਰੀਆਂ ਜਿਹੀਆਂ ਕਰ ਜਾਂਦੀ। ਕਈ ਵਾਰੀ ਸੁੰਨੇ ਗੁਰਦੁਆਰੇ 'ਚ ਉਸ ਤੋਂ ਖੌਫ ਜਿਹਾ ਵੀ ਖਾਣ ਲੱਗਦੀ। ਵਾਖਰੂ ਅੱਜ ਆਪਾਂ ਸੁੱਖੀ ਅੰਦਰਲਾ ਵੱਡਾ ਗਲੀਚਾ ਬਦਲ ਦਈਏ, ਬਾਹਲਾ ਹੀ ਗੰਦਾ ਹੋਇਆ ਪਿਆ। ਚੱਲ ਮੇਰੇ ਨਾਲ ਸਾਹਮਣਿਓਂ ਚੁਕਵਾ ਲਿਆ। ਭਾਰਾ ਬੜਾ ਇਕੱਲੇ ਨਹੀਂ ਚੁੱਕ ਹੋਣਾ। ਠਿੜਕਦੇ ਜਿਹੇ ਡਾਵਾਂ ਡੋਲ ਤੇ ਭਸਤ ਹੁੰਦੇ ਹੌਸਲੇ ਨੂੰ ਇਕੱਠਾ ਕਰਦੀ ਬਾਬੇ ਦੇ ਮਗਰ ਤੁਰ ਪਈ। ਮੇਰੀ ਕੁਟੀਆ ਗਰੀਬ ਦੀ। ਵਰਾਂਡਾ ਲੰਘ ਅੱਗੇ ਬਣੇ ਕਮਰੇ ਵੱਲ ਵੱਧਦੇ ਬਾਬੇ ਨੇ ਇਸ਼ਾਰਾ ਕੀਤਾ। ਬਸ ਐਨੀ ਕੁ ਦੁਨੀਆ ਮਾਤੜ ਦੀ, ਭਾਵੇਂ ਪੈਸੇ ਟਕੇ ਦੀ। ਮੈਨੂੰ ਪਤਾ ਮੈਨੂੰ ਇੱਥੇ ਕਾਹਦੀ ਥੋੜ ਆ, ਪਰ ਮੈਂ ਕਿੱਥੇ ਲਾਉਣੇ, ਕਿਹਦੇ ਲਈ ਇਹ ਸਭ ਕਰਨਾ। ਮੈਨੂੰ ਤਾਂ ਪਤਾ ਮੇਰਾ ਕਿਹੜਾ ਕੋਈ ਅੱਗਾ ਪਿੱਛਾ। ਸਾਧਾਂ ਤੇ ਫਕਰਾਂ ਦਾ ਤਾਂ ਰੱਬ ਹੀ ਹੁੰਦਾ। ਉਹ ਬੈੱਡ ਤੇ ਬੈਠ ਮੈਨੂੰ ਬੈਠਣ ਦਾ ਇਸ਼ਾਰਾ ਕਰਦਾ। ਗੱਲ ਅੱਗੇ ਦੀ ਅੱਗੇ ਤੋਰਨ ਲੱਗਾ। ਮੈਂ ਅਣਮੰਨੀ ਜਿਹੀ ਹੂੰ ਹਾਂ ਕਰਦੀ ਰਹੀ। ਉੱਠ ਕੇ ਅਲਮਾਰੀ ਖੋਲ੍ਹ ਖੜੋਂਦਾ। ਜੋ ਲਾਕਰ ਭਰਿਆ ਪਿਆ ਪੈਸਿਆਂ ਨਾਲ ਸੋਨੇ ਦੇ ਕੁਝ ਗਹਿਣੇ। ਇਹ ਤੇ ਮੇਰੀ ਮਾਂ ਪਿਓ ਦੀ ਕਮਾਈ ਆ। ਮਾਂ ਪਿਓ ਮਰ ਗਿਆ ਸੀ। ਚਾਚੇ ਤਾਇਆਂ ਨੇ ਬਥੇਰੀ ਵਾਹ ਲਾਈ ਮੈਨੂੰ ਮਾਰ ਮਕਾਨ ਦੀ, ਪਰ ਮੇਰੀ ਵਧੀ ਸੀ। ਭੂਆ ਇੱਥੇ ਗੁਰਦੁਆਰੇ ਚੜ੍ਹਾ ਗਈ ਸੀ ਜਦੋਂ ਇੱਥੇ ਸੰਤ ਗੁਰਨਾਮ ਸਿੰਘ ਜੀ ਜਿਉਂਦੇ ਸੀ। ਮਰਨ ਲੱਗੀ ਮੇਰੀ ਭੂਆ ਨੇ ਮੇਰੀ ਮਾਂ ਦੀ ਸਾਰੀ ਅਮਾਨਤ ਮੈਨੂੰ ਫੜਾ ਦਿੱਤੀ ਸੀ। ਪੈਲੀ ਪੱਠਾ ਤਾਂ ਚਾਚੇ ਤਾਏ ਦੱਬ ਗਏ ਸੀ। ਬਾਬਾ ਜੀ ਗਲੀਚਾ ਕਿੱਥੇ ਹੈ? ਮੈਂ ਉੱਠ ਖੜੋਈ। ਆਹੋ ਸੱਚ, ਗਲੀਚਾ ਤਾਂ ਮੈਂ ਭੁੱਲ ਹੀ ਗਿਆ ਸੀ ਗੱਲਾਂ 'ਚ। ਅਗਲੇ ਹੀ ਪਲ ਉਹ ਬੈੱਡ ਤੋਂ ਉੱਠ ਖੜੋਇਆ। ਗਲੀਚੇ ਵੱਲ ਵਧਣ ਦੀ ਬਜਾਏ ਮੇਰੇ ਕਰੀਬ ਮੇਰੇ ਦੋਵੇਂ ਹੱਥ ਫੜ ਆਪਣੇ ਹੱਥਾਂ 'ਚ ਘੁੱਟਣ ਲੱਗਾ। ਸੁੱਖੀ ਮੈਨੂੰ ਗਲਤ ਨਾ ਸਮਝੀ, ਮੈਂ ਵੀ ਤਾਂ ਇਨਸਾਨ ਹਾਂ। ਮੇਰੇ ਅੰਦਰ ਵੀ ਕੋਈ ਪਿਆਰ ਦਾ ਭੁੱਖਾ, ਔਰਤ ਦੇ ਸਾਥ ਦਾ ਭੁੱਖਾ ਬੰਦਾ ਤੜਫਦਾ ਏ। ਤੂੰ ਮੇਰੇ ਅੰਦਰ ਹਮੇਸ਼ਾ ਬੈਠੀ ਰਹਿੰਦੀ ਏ। ਸੁੱਖੀ ਮੈਂ ਤੈਨੂੰ ਪਿਆਰ ਕਰਦਾ, ਬਹੁਤ ਪਿਆਰ ਕਰਦਾ, ਤੇ ਮੈਥੋਂ ਤੇਰੀ ਹਾਲਤ ਵੇਖੀ ਨਹੀਂ ਜਾਂਦੀ, ਜਰ ਨਹੀਂ ਹੁੰਦੀ। ਮੇਰੇ ਹੱਥ ਪੈਰ ਠਰ ਕੇ ਕੰਬਣ ਲੱਗੇ। ਇਸ ਟਾਈਮ ਮੇਰੀ ਕਿਸੇ ਨੇ ਆਵਾਜ਼ ਵੀ ਨਹੀਂ ਸੁਣਨੀ, ਕਿਸੇ ਨਹੀਂ ਬਚਾਉਣਾ। ਪਰ ਅਚਾਨਕ ਕਿਸੇ ਸ਼ਕਤੀ ਨਾਲ ਅੰਦਰ ਗਰਮੀ ਆਈ। ਮੈਂ ਜ਼ੋਰ ਦੀ ਧੱਕਾ ਮਾਰਿਆ ਤੇ ਬੈੱਡ ਤੇ ਸੁੱਟ ਦਿੱਤਾ। ਬਾਬਾ ਬਣਿਆ ਫਿਰਦਾ ਏ, ਤੈਨੂੰ ਸ਼ਰਮ ਨਹੀਂ ਆਉਂਦੀ? ਲੋਕਾਂ ਨੂੰ ਅੱਧੀ ਰਾਤ ਉੱਠ ਕੇ ਮੱਤਾਂ ਦੇਣ ਲੱਗ ਜਾਂਦਾ, ਵੱਡੇ ਵੱਡੇ ਉਪਦੇਸ਼ ਦਿੰਦਾ ਤੇ ਇਹੋ ਜਿਹੀਆਂ ਕਰਤੂਤਾਂ ਕਰਦਾ ਗੁਰੂ ਘਰ ਬੈਠ ਕੇ। ਸੁੱਖੀ ਇਹਨਾਂ ਰਸਾਂ ਤੋਂ ਉੱਪਰ 2 ਹੀ ਬੰਦੇ ਉੱਠ ਸਕਦੇ ਆ, ਜਾਂ ਤਾਂ ਬਹੁਤ ਪਹੁੰਚੇ ਮਹਾਂਪੁਰਸ਼ ਜਾਂ ਫਿਰ ਪਾਗਲ। ਮੈਂ ਦੋਵਾਂ 'ਚੋਂ ਕੋਈ ਵੀ ਨਹੀਂ। ਮੈਂ ਆਮ ਇਨਸਾਨ ਆ, ਮਜਬੂਰੀਆਂ ਦਾ ਬੱਧਾ ਰੁੱਧਾ। ਉਹ ਬੈੱਡ ਤੋਂ ਉੱਠਦਾ ਸਿਰ ਦੀ ਪੱਗ ਲੋਟ ਕਰਦਾ ਉੱਠ ਖੜੋਇਆ ਤੇ ਮੈਨੂੰ ਬਾਹਰ ਵੱਲ ਵੱਧਦੀ ਨੂੰ ਫਿਰ ਬਾਹੋਂ ਫੜ ਲਿਆ। ਜਿਵੇਂ ਗਿੜਗਿੜਾਉਂਦਾ ਤਰਲੇ ਮਾਰਨ ਲੱਗਾ। ਸੁੱਖੀ ਮੇਰੀ ਗੱਲ ਮੰਨ ਲਾ, ਤੇਰੇ ਸਾਰੇ ਧੋਣੇ ਧੋ ਦੂੰ ਸੁੱਖੀ। ਮੈਂ ਹੁਜਕਾ ਮਾਰ ਬਾਂਹ ਛੁਡਾ ਸਿੱਧੀ ਘਰ ਆ ਵੜੀ ਸੀ। ਪਹਿਲਵਾਨਾਂ ਵਰਗੇ ਦੇਸੀ ਘਿਓ ਨਾਲ ਪਲੇ ਬਾਬੇ ਨੂੰ ਧੱਕਾ ਦੇਣਾ ਵੀ ਮੈਨੂੰ ਆਪਣੇ ਆਪ ਤੋਂ ਉਮੀਦੋਂ ਵੱਧ ਲੱਗਾ। ਉਸ ਤੋਂ ਬਾਅਦ 4 ਕੁ ਮਹੀਨਿਆਂ 'ਚ ਸ਼ੀਰਾ ਵੀ ਸ਼ਰਾਬ ਪੀ ਮੁੱਕ ਗਿਆ, ਪਰ ਮੇਰਾ ਕਦੇ ਗੁਰਦੁਆਰੇ ਕੰਨੀ ਮੂੰਹ ਨਹੀਂ ਸੀ ਹੋਇਆ।
ਤੇ ਅੱਜ ਇੱਕ ਗੈਰਤਮੰਦ ਸੁਖੀ ਦਾ ਗਲਾ ਉਸ ਤੋਂ ਤਾਕਤਵਰ ਮਾਂ ਨੇ ਘੁੱਟ ਹੀ ਦਿੱਤਾ। ਤੇ ਇੱਕ ਮਾਂ ਫਿਰ ਬਾਬੇ ਬਲਦੇਵ ਦੇ ਮੂਹਰੇ ਬੈਠੀ ਆ, ਨਿੰਮੋ ਝੀਣੀ ਜਿਹੀ ਹੋਈ, ਕੌਲ ਦੇਗ ਨਾਲ ਵਾਹਵਾ ਭਰਿਆ ਏ। ਮੈਂ ਚੁੰਨੀ ਦੇ ਪੱਲੇ ਨਾਲ ਦੇਗ ਢੱਕਦੀ ਪਿਛਲੀ ਪੈਰੀ ਮੁੜ ਪਈ ਆ। ਇਹ ਢਿੱਡ ਦੀ ਭੁੱਖ ਵੀ ਕਹੀ ਚੰਦਰੀ ਐ। ਐਨੀ ਨਫ਼ਰਤ ਵੀ ਉਹਦੇ ਸਾਹਮਣੇ ਲੂਣ ਬਣ ਖੁਰ ਗਈ। ਸਮੱਸਿਆਵਾਂ ਵੀ ਇੰਨੀਆਂ ਜਟਲ ਹੋ ਗਈਆਂ, ਮੇਰੇ ਸਭ ਵੱਸੋਂ ਬਾਹਰਾ ਹੋ ਰਿਹਾ। ਐਨੇ ਭਾਰੇ ਦੁੱਖਾਂ ਦਾ ਭਾਰ ਮੇਰੇ ਕਮਜ਼ੋਰ ਕੰਧਿਆਂ ਤੋਂ ਕਿੱਥੋਂ ਚੁੱਕ ਹੁੰਦਾ। ਨਿਆਣਿਆਂ ਦੇ ਕਮਜ਼ੋਰ ਤੇ ਉਦਾਸੇ ਮੂੰਹ ਵੀ ਮੇਰੇ ਤੋਂ ਵੇਖੇ ਨਹੀਂ ਜਾਂਦੇ। ਬਥੇਰੇ ਹੱਥ ਪੈਰ ਮਾਰਦੀਆਂ, ਕਿਸੇ ਪਾਸੇ ਚਾਰਾ ਹੀ ਨਹੀਂ ਚੱਲਦਾ। ਡੁੱਬਦੇ ਨੂੰ ਤਿਣਕੇ ਦਾ ਸਹਾਰਾ। ਬਾਬੇ ਬਲਦੇਵ ਨੇ ਤਾਂ ਸਾਰੇ ਧੋਣੇ ਧੋਤੇ, ਕਦੇ ਘਿਓ ਦੇ ਪੀਪੇ, ਕਦੇ ਦਾਲਾਂ, ਦੁੱਧ, ਦਹੀਂ ਸਾਜਰੇ ਹੀ ਫੜਾ ਕੇ ਮੈਨੂੰ ਤੋਰ ਦਿੰਦਾ। ਹੁਣ ਮੈਂ ਬਾਬਾ ਕਹਾਂ ਤਾਂ ਅਤਕਥਨੀ ਹੋਵੇਗੀ। ਬਲਦੇਵ ਠੀਕ ਹੈ ਮੇਰੇ ਲਈ ਤਾਂ, ਆਪਣਾ ਘਰ ਸਮਝ ਕੇ ਪੂਰਾ ਹੱਕ ਜਤਾਉਂਦਾ। ਹੁਣ ਜਦੋਂ ਜੀ ਕੀਤਾ ਰਾਤ ਨੂੰ ਆਣ ਕੇ ਕੁੰਡਾ ਖੜਕਾ ਦਿੰਦਾ। ਬੇਜੀ ਕੁੜਕੁੜ ਕਰਦੀ ਆ, ਕੁੜੇ ਸੁੱਖੀ ਆ ਕਿ ਇਹਨੇ ਲੱਛਣ ਫੜੇ ਆ। ਇਹੋ ਜਿਹੇ ਨਿੱਧਰੇ ਬਾਬੇ ਪਾਪੀ ਛਟੇ ਵੇ ਬਾਬੇ ਹੁੰਦੇ ਆ। ਮੈਨੂੰ ਤਾਂ ਵਿਉਹ ਵਰਗਾ ਲੱਗਦਾ, ਜੀ ਕਰਦਾ ਧੱਕੇ ਮਾਰ ਕੇ ਕੱਢਾਂ ਇਹਨੂੰ ਕਲਯੋਗੀ ਨੂੰ। ਨਾ ਬੇਜੀ, ਬਾਬੇ ਕਿਹੜਾ ਅਸਮਾਨੋਂ ਡਿੱਗੇ ਹੁੰਦੇ ਆ, ਹੁੰਦੇ ਤਾਂ ਉਹ ਵੀ ਬੰਦੇ ਹੀ ਆ। ਆਪਣਾ ਤਾਂ ਭੜੋਲਾ ਆਟੇ ਨਾਲ ਭਰਿਆ ਰਹਿੰਦਾ। ਮੇਰੇ ਨਿਆਣੇ ਤਾਂ ਨਹੀਂ ਭੁੱਖੇ ਢਿੱਡ ਸੌਂਦੇ ਹੁਣ, ਤੂੰ ਵੀ ਚੋਪੜੀਆਂ ਖਾਨੀ ਆ, ਹੋਰ ਕੀ ਚਾਹੀਦਾ ਤੈਨੂੰ। ਨੀ ਇੱਜ਼ਤ ਲੱਖੀ ਨਾ ਹਜ਼ਾਰੀ, ਲੋਕਾਂ ਦੀ ਦੁਰ ਦੁਰ ਦੰਦ ਭਖਿਆ ਨਹੀਂ ਸੁਣੀ ਜਾਣੀ। ਦਾਤੀ ਦੇ ਦੰਦੇ ਇੱਕ ਪਾਸੇ ਹੁੰਦੇ ਆ ਤੇ ਦੁਨੀਆ ਦੇ ਦੋ ਪਾਸੇ ਸੁਣਦੇ ਆ। ਭੋਲੀ ਵਾਂਗੂ ਬਦਨਾਮੀ ਹੋ ਜੂ ਪਿੰਡ 'ਚ। ਮੈਂ ਚੁੱਲ੍ਹੇ ਮੂਹਰਿਓਂ ਉੱਠ ਰੋਟੀ ਵੇਲਣੀ ਛੱਡ ਵੇਲਣਾ ਪਰਾਤ 'ਚ ਰੱਖ ਬੇਜੀ ਦੇ ਗੋਡੇ ਮੁੱਢ ਉਸਦੇ ਮੰਜੇ ਤੇ ਜਾ ਬੈਠੀ। ਉਹਦੇ ਮੂੰਹ ਦੇ ਕੋਲ ਮੂੰਹ ਕਰਦੀ ਮੈਂ ਹੌਲੀ ਕੁ ਦਿਨੇ ਆਖਿਆ, ਬੀਜੀ ਤੂੰ ਕਿਹੜੀਆਂ ਇੱਜ਼ਤਾਂ ਦੀ ਗੱਲ ਕਰਦੀ ਏ। ਗਰੀਬੀ ਤੇ ਇੱਜ਼ਤ ਕਦੇ ਦੋਵੇਂ ਇਕੱਠੀਆਂ ਨਹੀਂ ਹੋਈਆਂ। ਆ ਨਿਆਣਿਆਂ ਦੀ ਢਿੱਡ ਦੇ ਅੱਗੇ ਰੋਣੇ ਧੋਣੇ ਫਿਰਦੀ ਆ। ਜੇ ਕੱਲੀ ਜਾਨ ਹੁੰਦੀ ਤਾਂ ਬਸ ਹੁਣ ਨੂੰ ਕੋਈ ਖੂਹ ਟੋਬਾ ਗੰਦਾ ਕਰ ਦੇਣਾ ਸੀ ਮੈਂ। ਆਹ ਰੋਟੀ ਦੀ ਬੁਰਕੀ ਖਾਤਰ ਮੈਂ ਕਿਹਦੀਆਂ ਜੁੱਤੀਆਂ ਨਹੀਂ ਚੱਟੀਆਂ। ਤੇਰੇ ਤੇ ਨਿਆਣਿਆਂ ਦੇ ਮੂੰਹ 'ਚ ਟੁੱਕਦੀ ਬੁਰਕੀ ਪਾਉਣ ਖਾਤਰ ਮੈਂ ਵੀ ਬੁਰਕੀ ਹੁੰਨੀ ਆ ਬੀਜੀ। ਲੈ ਤੂੰ ਸੁਣ ਲੈ ਅਖੀਰੀ ਆ ਵੀ ਜਦੋਂ ਜੈਲਦਾਰ ਚਾਚਾ ਕਨੇਡਾ ਤੋਂ ਆਇਆ ਸੀ ਨਾ, ਉਦੋਂ 2 ਮਹੀਨੇ ਮੈਂ ਉਹਦਾ ਟੁੱਕ ਕੀਤਾ। ਕੱਪੜਾ ਲੱਤਾ ਧੋਂਦੀ ਸੰਵਾਰਦੀ ਰਹੀ। ਉਸ ਬੁੱਢੜੇ ਨੇ ਕਿਹੜਾ ਧੀ ਭੈਣ ਸਮਝਿਆ ਸੀ। ਮਰ ਜਾਣੇ ਦੀਆਂ ਸਿਵਿਆਂ 'ਚ ਲੱਤਾਂ, ਫਿਰ ਵੀ 2 ਮਹੀਨੇ ਮੇਰਾ ਖਹਿੜਾ ਨਹੀਂ ਛੱਡਿਆ। ਬੇਜੀ ਤੂੰ ਕਹਿੰਦੀ ਸੀ ਕਿੱਡਾ ਸਾਊ ਬੰਦਾ ਏ, ਕਿੰਨਾ ਮਦਦ ਕਰਦਾ ਵਿਚਾਰਾ ਆਪਣੀ। ਚੰਗਾ ਤਾਂ ਬਸ ਰੱਬ ਦਾ ਨਾਮ ਏ। ਹੁਣ ਤੂੰ ਹੀ ਦੱਸ ਬੀਜੀ, ਮੈਂ ਕਿੱਥੇ ਬਗਲੀ ਪਾ ਕੇ ਹੁਣ ਮੰਗਣ ਤੁਰ ਜਾ। ਔਖੇ ਸੌਖੇ ਵੇਲੇ ਬੁੜੀ ਪੇਕਿਆਂ ਕੰਨੀ ਝਾਕਦੀ ਹੁੰਦੀ ਐ। ਮੇਰੇ ਤਾਂ ਉਹ ਹੀ ਨਾ ਹੋਇਆ ਅਰਗੇ ਆ। ਇੱਕੋ ਇੱਕ ਭਾਈ, ਉਹ ਵੀ ਨਸ਼ੇੜੀ। ਮਾਂ ਪਿਓ ਤਾਂ ਆਪ ਬਾਹਲੇ ਔਖੇ, ਉਹ ਮੇਰਾ ਕਿਵੇਂ ਪਾਸਾ ਉਲੱਦਣ। ਮੈਂ ਥੋੜਾ ਸਾਹ ਲੈਂਦੀ ਤੇ ਫਿਰ ਬੀਜੀ ਨੂੰ ਸ਼ਾਇਦ ਖਾਸ ਗੱਲ ਦੱਸਣੀ ਚਾਹੀ। ਬੀਜੀ ਆ ਸੱਗੜ ਬਾਣੀਏ ਦੇ ਸਾਰੇ ਪੈਸੇ ਬਲਦੇਵ ਬਾਬੇ ਨੇ ਦੇਤੇ ਆ। ਬੇਜੀ ਹੁਣ ਨਾ ਤੇ ਨਾ ਹਾਂ ਬੋਲੀ, ਨਾ ਬੋਲੀ। ਮਿੱਟੀ ਦਾ ਮਾਧੋ ਬਣੀ ਚਾਂਬੜਾ ਮਾਰਦੇ ਵਿਹੜੇ 'ਚ ਖੇਡਦੇ 3 ਨਿਆਣਿਆਂ ਵੱਲ ਬਿਟਰ ਝਾਕਣ ਲੱਗੀ ਤੇ ਘੁੰਗੜੀ ਮਾਰ ਕੇ ਬੈਠ ਗਈ। ਸ਼ੀਰੇ ਜਿਉਂਦੇ ਤੂੰ ਬੇਜੀ ਪਹਿਲਾਂ ਤਾਂ ਬਹੁਤ ਹੀ ਪਾਠ ਕਰਦੇ, ਹਮੇਸ਼ਾ ਗੁਟਕਾ ਹੱਥ 'ਚ ਫੜੀ ਰੱਖਦੇ, ਪੁੱਤ ਦੀਆਂ ਖੈਰਾਂ ਮੰਗਦੀ ਰਹਿੰਦੀ। ਜਦੋਂ ਮਨ ਬਹੁਤ ਹੀ ਉਦਾਸ ਹੋਣਾ ਤਾਂ ਨਿਆਣਿਆਂ ਨੂੰ ਉਂਗਲ ਲਾ ਕੇ ਗੁਰਦੁਆਰੇ ਤੁਰ ਜਾਣਾ। ਬੇਜੀ ਅਸ਼ਾਂਤ ਮਨ ਨੂੰ ਸ਼ਾਂਤ ਕਰਨ ਦੇ ਉਪਰਾਲੇ ਕਰਦੀ ਬੈਠੀ ਰਹਿੰਦੀ ਤੇ ਨਿਆਣੇ ਬਾਬੇ ਤੋਂ ਪ੍ਰਸ਼ਾਦ ਲੈਣ ਦੇ ਲਾਲਚ ਵਸ ਬੈਠੇ ਰਹਿੰਦੇ। ਸ਼ੀਰੇ ਦੀ ਤੰਦਰੁਸਤੀ ਤੇ ਸੁਮੱਤ ਵਾਸਤੇ ਮੈਂ ਬੇਜੀ ਦੇ ਕਿੰਨੇ ਨਹੀਂ ਸੁੱਖਾਂ ਸੁੱਖੀਆਂ, ਕੋਈ ਥਾਂ ਨਾ ਛੱਡਣਾ ਕਦੇ। ਸ਼ੀਰੇ ਤੋਂ ਤੇਲ ਵਾਰ ਕੇ ਅੱਕ ਦੇ ਮੁੱਢ ਪਾਉਣਾ, ਕਦੇ ਗਾਈਆਂ ਨੂੰ ਪੇੜੇ ਚਾਰਨੇ, ਕਦੇ ਕਾਲੇ ਕੁੱਤੇ ਨੂੰ ਸ਼ੀਰੇ ਤੋਂ ਵਾਰ ਕੇ ਲੱਡੂ ਪਾ ਕੇ ਆਉਣੇ। ਹੋਰ ਤਾਂ ਹੋਰ ਹਰੇਕ ਸ਼ਨੀਵਾਰ ਸਾਡੇ ਪਿੰਡ ਦੀ ਬਾਹਮਣੀ ਨੇ ਕਿੰਨਾ ਹੀ ਨਿੱਕ ਛੁੱਕ ਮੰਗ ਲੈਣਾ, ਆਖਣਾ ਇਹਦੇ ਨਾਂ ਦਾ ਪੁੰਨ ਹੋਇਆ ਤੇ ਗ੍ਰਹਿ ਟਲ ਗਿਆ। ਬਾਕੀ ਅਗਲੀ ਕਿਸ਼ਤ ਵਿੱਚ। ਧੰਨਵਾਦ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।